ਉਹ ਕੀ ਕਹਿੰਦੇ ਨੇ, ਹੀਨਯਾਨ ਅਤੇ ਮਹਾਯਾਨ ਦੋ ਤਰ੍ਹਾਂ ਦੇ ਸੰਪਰਦਾਇ ਬੁੱਧ ਧਰਮ ਦੇ ਵਿੱਚ ਬਣੇ। ਹੀਨ ਮੈਨੇ ਛੋਟਾ, ਮਹਾ ਮੈਨੇ ਬੜਾ। ਔਰ ਇੱਕ ਗੱਲ ਅਸੀਂ ਹੋਰ ਵੀ ਦੇਖਦੇ ਹਾਂ ਕਿ ਬੜੀ ਯੂਨੀਫਾਰਮ ਕਰੈਕਟਰ ਸਾਨੂੰ ਬਹੁਤ ਸੰਪਰਦਾਇਆਂ ਧਰਮਾਂ 'ਚ ਦੇਖਣ ਨੂੰ ਮਿਲਦਾ ਹੈ ਕਿ ਆਮ ਉਹ ਸੰਪਰਦਾਇ, ਉਹ ਮਤ ਜ਼ਿਆਦਾ ਪ੍ਰਚਲਿਤ ਹੁੰਦਾ ਹੈ ਜਿਸ ਮਤ ਨੂੰ ਆਪਣੇ ਆਪ ਨੂੰ ਤਬਦੀਲ ਕਰਨ ਦੀ, ਸਰਕਮਸਟੈਂਸਿਸ ਦੇ ਮੁਤਾਬਿਕ ਬਦਲਣ ਦੀ ਆਦਤ ਪੈ ਜਾਂਦੀ ਹੈ। ਜਾਨੀ ਇਹ ਕਹਿ ਲਓ ਕਿ ਉਹ ਸਮੇਂ ਅਨੁਸਾਰ ਆਪਣੇ ਆਪ ਨੂੰ ਮੋਡੀਫਾਈ ਕਰਦਾ ਰਹਿੰਦਾ ਹੈ, ਤੇ ਜਿਹੜਾ ਨਹੀਂ ਕਰਦਾ ਉਹ ਰਿਜਿਡ ਹੋ ਜਾਂਦਾ ਹੈ, ਕੱਟੜ ਹੋ ਜਾਂਦਾ ਹੈ, ਉਹ ਆਪਣੇ ਤੱਕ ਸੀਮਿਤ ਹੋ ਜਾਂਦਾ ਹੈ ਔਰ ਹੌਲੀ ਹੌਲੀ ਉਹਦਾ ਡਿਕਲਾਈਨ ਜਿਹੜਾ ਹੈਗਾ ਉਹ ਸਟਾਰਟ ਹੋ ਜਾਂਦਾ ਹੈ। ਹਾਲਾਂਕਿ ਇਹਦੇ ਵਿੱਚ ਬਹੁਤ ਵਿਚਾਰ ਵਟਾਂਦਰਾਵਾਂ ਚੱਲਦੀਆਂ ਰਹਿੰਦੀਆਂ, ਮਤਭੇਦ ਚੱਲਦੇ ਰਹਿੰਦੇ ਹੈ, ਵਾਦ ਵਿਵਾਦ ਚੱਲਦੇ ਰਹਿੰਦੇ ਹੈ ਕਿ ਇਹ ਇੱਥੋਂ ਬਦਲ ਗਏ, ਕਿਉਂਕਿ ਬਦਲਣਾ ਵੀ ਜ਼ਰੂਰੀ ਹੈ ਲੇਕਿਨ ਬਦਲਣ ਦੇ ਨਾਲ ਸਾਡੀ ਮੇਨ ਫਿਲੋਸਫੀ, ਮੇਨ ਸਿਧਾਂਤ ਨਾ ਬਦਲੇ, ਇਹ ਵੀ ਜ਼ਰੂਰੀ ਹੁੰਦਾ। ਤਾਂ ਬੇਸਿਕਲੀ ਫਿਰ ਬਦਲਣਾ ਕੀ ਹੁੰਦਾ ਹੈ? ਉਸ ਚੀਜ਼ ਨੂੰ ਮੰਨਣ ਦੇ ਤੌਰ ਤਰੀਕੇ। ਹੁਣ ਜਿਵੇਂ ਬੇਟਾ ਪੁਰਾਣੇ ਸਮੇਂ ਦੇ ਵਿੱਚ ਅਸੀਂ ਜਿਵੇਂ ਕਹਿੰਦੇ ਸੀ ਕਿ ਲੋਕ ਜੰਗਲਾਂ 'ਚ ਜਾ ਕੇ ਇਕਾਂਤ 'ਚ ਸਮਾਧੀ ਲਾਉਂਦੇ ਸੀ, ਤਾਂ ਮਾਡਰਨ ਸਮੇਂ 'ਚ ਕੀ ਆਇਆ? ਮੈਡੀਟੇਸ਼ਨ ਹਾਲ ਆ ਗਏ ਔਰ ਲੋਕ ਮੱਠਾਂ 'ਚ ਰਹਿਣ ਲੱਗ ਗਏ। ਔਰ ਜੇ ਪਹਾੜਾਂ 'ਚ ਵੀ ਗਏ ਤਾਂ ਤੁਸੀਂ ਬਹੁਤ ਸਾਰੇ ਸਾਊਥ ਵਿੱਚ ਕਰਦੇ ਜਾਓਗੇ ਤਾਂ ਦੇਖੋਗੇ ਪਹਾੜਾਂ 'ਚ ਗੁਫਾਵਾਂ ਬਣਾ ਲਈਆਂ। ਸੋ ਦਿਸ ਵਾਜ਼ ਮੋਡੀਫਿਕੇਸ਼ਨਸ ਜਿਹੜੀਆਂ ਨੇ ਹਮੇਸ਼ਾ ਚੱਲਦੀਆਂ ਰਹਿੰਦੀਆਂ, ਲੇਕਿਨ ਮੋਡੀਫਿਕੇਸ਼ਨ ਦੇ ਨਾਲ ਤੁਹਾਡਾ ਅਸਲੀ ਤੱਤ ਨਾ ਖਤਮ ਹੋਵੇ, ਇਹ ਬੜਾ ਜ਼ਰੂਰੀ ਹੁੰਦਾ ਹੈ। ਤਾਂ ਇਸ ਤਰੀਕੇ ਦੇ ਨਾਲ ਜਿੱਦਾਂ ਅਸੀਂ ਜੈਨ ਧਰਮ 'ਚ ਪੜ੍ਹਿਆ ਸੀਗਾ ਕਿ ਉਹਨਾਂ ਨੂੰ ਕਈ ਰਾਜਿਆਂ ਨੇ ਸੰਰਕਸ਼ਣ ਦਿੱਤਾ, ਉਰੇ ਵੀ ਅਸ਼ੋਕ ਦੇ ਬਾਰੇ ਅਸੀਂ ਜਾਣਦੇ ਹਾਂ ਕਿ ਬੁੱਧ ਧਰਮ ਉਸਨੇ ਅਪਣਾਇਆ, ਕਨਿਸ਼ਕ ਨੇ ਬੁੱਧ ਧਰਮ ਅਪਣਾਇਆ ਔਰ ਉਹਨਾਂ ਦੇ ਸਮੇਂ ਦੇ ਵਿੱਚ ਜਿਹੜਾ ਬੁੱਧ ਧਰਮ ਸੀਗਾ ਉਹ ਕਾਫੀ ਜ਼ਿਆਦਾ ਫੈਲਿਆ। ਔਰ ਮੈਂ ਜਿਸ ਤਰ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਬੁੱਧ ਧਰਮ ਦੇ ਵਿੱਚ ਹੀਨਯਾਨ, ਮਹਾਯਾਨ ਔਰ ਈਵਨ ਉਸ ਤੋਂ ਬਾਅਦ ਕਨਿਸ਼ਕ ਦੇ ਆਉਣ ਤੋਂ ਬਾਅਦ ਹੋਰ ਵੀ ਕਈ ਸੰਪਰਦਾਇ ਜਿਹੜੇ ਸਟੈਬਲਿਸ਼ ਹੋਏ, ਤਾਂ ਯਾਨੀ ਉਰੇ ਵੀ ਕਈ ਉਹਨਾਂ ਦੀਆਂ ਸ਼ਾਖਾਵਾਂ ਬਣ ਗਈਆਂ। ਦੂਜੀ ਚੀਜ਼ ਇੱਥੇ ਜਿਹੜੀ ਯਾਦ ਰੱਖਣੀ ਹੈ ਬੇਟਾ ਇਹ ਕਿ ਜਿਹੜਾ ਮਹਾਯਾਨ ਸ਼ਾਖਾ ਬਣਦੀ ਹੈ, ਬੁੱਧ ਧਰਮ ਦੋ ਹਿੱਸਿਆਂ 'ਚ ਡਿਵਾਈਡ ਹੁੰਦਾ ਹੈ, ਉਹ ਲਗਭਗ 200-300 ਸਾਲ ਤੋਂ ਬਾਅਦ ਹੁੰਦਾ ਹੈ, ਕਨਿਸ਼ਕ ਦੇ ਵੇਲੇ ਜਾ ਕੇ ਹੁੰਦਾ ਹੈ। ਪਹਿਲੀ ਔਰ 4 ਕਾਨਫਰੰਸਿਸ ਬੜੀਆਂ ਇੰਪੋਰਟੈਂਟ ਨੇ ਬੁੱਧ ਧਰਮ ਨਾਲ ਸੰਬੰਧਿਤ। ਪਹਿਲੀ ਕਾਨਫਰੰਸ ਹੁੰਦੀ ਹੈ ਜਦੋਂ ਮਹਾਤਮਾ ਬੁੱਧ ਦੀ ਡੈਥ ਹੋ ਜਾਂਦੀ ਹੈ, ਵੀ ਹੁਣ ਅੱਗੇ ਤੋਂ ਸਿਸਟਮ ਚਲਾਉਣਾ ਕਿੱਦਾਂ ਹੈ। ਦੂਜੀ ਕਾਨਫਰੰਸ ਹੁੰਦੀ ਹੈ ਪੂਰੇ 100 ਸਾਲ ਬਾਅਦ 380 ਈਸਾ ਪੂਰਵ 'ਚ। ਤੀਜੀ ਬੁੱਧਿਸਟ ਕਾਉਂਸਲ ਹੁੰਦੀ ਹੈ ਅਸ਼ੋਕ ਦੇ ਸਮੇਂ 'ਚ 252 ਈਸਾ ਪੂਰਵ 'ਚ ਜਾਂ 51 ਈਸਾ ਪੂਰਵ 'ਚ। ਔਰ ਚੌਥੀ ਹੁੰਦੀ ਹੈ ਕਨਿਸ਼ਕ ਦੇ ਸਮੇਂ 'ਚ ਜਦੋਂ ਮਹਾਯਾਨ ਸ਼ਾਖਾ ਫੈਲਦੀ ਹੈ। ਠੀਕ ਹੈ, ਤਾਂ ਉਸ ਤੋਂ ਬਾਅਦ ਅਸੀਂ ਇੱਕ ਛੋਟਾ ਜਿਹਾ ਟੌਪਿਕ ਆ ਜਾਂਦਾ ਜਿਹਦੇ ਨੂੰ ਅਸੀਂ ਬਹੁਤ ਵਾਰੀ ਡਿਟੇਲ 'ਚ ਕਈ ਵਾਰੀ ਪੜ੍ਹਿਆ ਹੈਗਾ। ਮੈਂ ਸਿਰਫ ਉਹਨੂੰ ਥੋੜ੍ਹਾ ਜਿਹਾ ਬਰੀਫਲੀ ਐਕਸਪਲੇਨ ਕਰ ਦਿੰਦਾ, ਤੁਹਾਨੂੰ ਸਾਰਾ ਸਮਝ ਆ ਜਾਏਗਾ ਕਿ ਬੁੱਧ ਧਰਮ ਦੇ ਫੈਲਣ ਦੇ ਕਾਰਨ ਕੀ ਸੀ, ਜਿਹਦੇ 'ਚ ਅਸੀਂ ਬਣਾਉਂਦੇ ਹਾਂ ਕਿ ਮਹਾਤਮਾ ਬੁੱਧ ਆਪਣਾ ਜੀਵਨ ਬੜਾ ਸੁਚੱਜਾ ਸੀਗਾ, ਚੰਗਾ ਸੀਗਾ, ਸਰਲ ਸੀਗਾ, ਸਾਦਾ ਸੀਗਾ, ਉਹਨਾਂ ਦੀਆਂ ਸਿੱਖਿਆਵਾਂ ਸਾਦੀਆਂ ਸੀਗੀਆਂ। ਤੀਜਾ ਅਸੀਂ ਬਣਾ ਦਿੰਦੇ ਹਾਂ ਕਿ ਉਹਨਾਂ ਨੇ ਆਪਣੀਆਂ ਸਿੱਖਿਆਵਾਂ ਸੰਸਕ੍ਰਿਤ ਭਾਸ਼ਾ ਵਿੱਚ ਨਹੀਂ ਦਿੱਤੀਆਂ, ਪਾਲੀ ਭਾਸ਼ਾ ਵਿੱਚ ਦਿੱਤੀ। ਔਰ ਪਾਲੀ ਭਾਸ਼ਾ ਕਿਹੜੀ ਸੀ? ਜਿਹੜੀ ਉਸ ਸਮੇਂ ਦੇ ਲੋਕਾਂ ਦੀ ਆਮ ਬੋਲੀ ਸੀ, ਤਾਂ ਕਿ ਜੋ ਉਹ ਬੋਲਦੇ ਸਨ ਉਹ ਆਮ ਬੰਦਾ ਵੀ ਬਿਨਾਂ ਕਿਸੇ ਧਾਰਮਿਕ ਗ੍ਰੰਥ ਕਿਤਾਬ ਨੂੰ ਚੱਕੇ ਬਿਨਾਂ ਸਿੱਧਾ ਸਿੱਧਾ ਸਮਝ ਜਾਂਦਾ ਸੀ ਔਰ ਉਹਦੇ ਦਿਲ ਔਰ ਦਿਮਾਗ ਦੇ ਵਿੱਚ ਪਹੁੰਚ ਜਾਂਦੀ ਸੀ। ਇਸ ਕਰਕੇ ਉਹ ਸਿੱਖਿਆਵਾਂ ਦੇ ਪ੍ਰਤੀ ਲੋਕ ਬਹੁਤ ਪ੍ਰਭਾਵਿਤ ਹੋਏ। ਜਾਤ ਪਾਤ ਦਾ ਖੰਡਨ ਹੋਇਆ, ਜਿਹਦੇ ਨਾਲ ਬਹੁਤ ਸਾਰੇ ਐਸੀਆਂ ਜਾਤਾਂ ਜਿਨ੍ਹਾਂ ਦੇ ਨਾਲ ਬਰਾਬਰੀ ਦਾ ਸਲੂਕ ਨਹੀਂ ਸੀਗਾ ਉਹ ਬੁੱਧ ਧਰਮ ਦੀ ਤਰਫ ਆਕਰਸ਼ਿਤ ਹੋਏ। ਰਾਜਿਆਂ ਦਾ ਸੰਰਕਸ਼ਣ ਪ੍ਰਾਪਤ ਹੋਇਆ, ਉਹਦੇ ਨਾਲ ਬੁੱਧ ਧਰਮ ਤੇਜ਼ੀ ਨਾਲ ਫੈਲਿਆ। ਰਾਜਿਆਂ ਨੇ ਬੁੱਧ ਧਰਮ ਨਾਲ ਸੰਬੰਧਿਤ ਮੱਠਾਂ ਤੇ ਬਿਹਾਰਾਂ ਨੂੰ ਗ੍ਰਾਂਟਸ ਦਿੱਤੀਆਂ, ਉਹਦੇ ਨਾਲ ਬੁੱਧ ਧਰਮ ਬੜੀ ਤੇਜ਼ੀ ਨਾਲ ਫੈਲਿਆ। ਔਰ ਇੱਕ ਬੜਾ ਇੰਪੋਰਟੈਂਟ ਪੁਆਇੰਟ ਹੈ ਜਿਹਨੂੰ ਅਸੀਂ ਅਲੱਗ ਤੌਰ ਦੇ ਉੱਤੇ ਵੀ ਕਿਸੇ ਵੇਲੇ ਡਿਸਕਸ ਕਰਾਂਗੇ, ਉਹ ਹੈ ਬੌਧ ਸੰਘ ਦੀ ਸਥਾਪਨਾ। ਯਾਨੀ ਕਿਸੇ ਵੀ ਧਰਮ ਨੂੰ ਆਰਗੇਨਾਈਜ਼ਡ ਕਰਕੇ ਫੈਲਾਣਾ, ਸੰਗਠਿਤ ਕਰਕੇ ਫੈਲਾਣਾ, ਇਹਦੀ ਸ਼ੁਰੂਆਤ ਬੁੱਧ ਧਰਮ ਤੋਂ ਹੁੰਦੀ ਹੈ। ਇਹ ਬੜਾ ਇੰਪੋਰਟੈਂਟ ਪੁਆਇੰਟ। ਔਰ ਇਸੇ ਕਰਕੇ ਮਹਾਤਮਾ ਬੁੱਧ ਨੇ 3 ਲਾਈਨਾਂ ਬੜੀਆਂ ਇੰਪੋਰਟੈਂਟ ਗਿਣੀਆਂ, ਉਹਨਾਂ ਦੇ ਬੜੀਆਂ ਫੇਮਸ ਨੇ। ਬੁੱਧਮ ਸ਼ਰਨਮ ਗਛਾਮੀ, ਸੰਗਮ ਸ਼ਰਨਮ ਗਛਾਮੀ, ਧੰਮ ਸ਼ਰਨਮ ਗਛਾਮੀ। ਧੰਮ ਹੈ ਧਰਮ ਨਹੀਂ, ਧਰਮ ਦਾ ਮਤਲਬ ਕੋਈ ਮਤ ਨਹੀਂ, ਧਰਮ ਦੀ ਸ਼ਰਨ 'ਚ ਜਾਣਾ, ਧੰਮ ਦੀ ਸ਼ਰਨ 'ਚ ਜਾਣਾ। शरणम गच्छामि का मतलब है शरण में जाता हूँ।
मैं महात्मा बुद्ध की शरण में जाता हूँ, संघ की शरण में जाता हूँ, यानी ਜਿਹੜਾ ਬੋਧ ਸੰਘ ਬਣਿਆ मैं ਉਹਦੇ ਨਿਯਮਾਂ ਦਾ ਪਾਲਨ ਕਰੂੰਗਾ। और दम शरणम गच्छामि, धर्म की शरण में जाता। और इन्हां दा बहुत वड्डा योगदान रहा ਜਿਹੜੇ ਉਸ ਤੋਂ ਬਾਅਦ ਇਹ ਮੌਂਕਸ ਜਿਹਨੇ ਆਏ, ਬੁੱਧਿਸਤਵ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਜਿਨ੍ਹਾਂ ਨੇ ਬੁੱਧਿਜ਼ਮ ਦੇ ਵਿੱਚ ਰਹਿ ਕੇ ਉਸ ਕਵਲਿਆ ਦੀ ਪ੍ਰਾਪਤੀ ਕੀਤੀ। और ਇਹਦੇ ਨਾਲ ਹੀ ਇੱਕ ਜੁੜਿਆ ਹੋਇਆ ਬੇਟਾ ਪਿਛਵਾ ਪੁਆਇੰਟ ਹੈ ਕਿ ਜਿਹੜੇ ਬੁੱਧ ਧਰਮ ਨਾਲ ਸੰਬੰਧਿਤ 3 ਪਲੇਸਿਸ ਬੜੇ ਇੰਪੋਰਟੈਂਟ ਗਿਣੇ ਜਾਂਦੇ ਆ। ਉਹਦੇ ਚੋਂ 2 ਨੂੰ ਤੁਸੀਂ ਮੇਨ ਤੌਰ ਦੇ ਉੱਤੇ ਸਮਝ ਲਓ। ਇੱਕ ਨੂੰ ਅਸੀਂ ਕਹਿੰਦੇ ਸਤੂਪਾ, ਇੱਕ ਨੂੰ ਕਹਿੰਦੇ ਵਿਹਾਰ। ਵਿਹਾਰ ਮੈਨੇ ਧਰਮਸ਼ਾਲਾ ਟਾਈਪ। ਦੋਨਾਂ 'ਚ ਫਰਕ ਕੀ ਹੈ? ਰਹਿੰਦੇ ਦੋਨਾਂ 'ਚ ਹੀ ਬਹੁਤ ਮੌਂਕਸ ਨੇ, ਬਹੁਤ ਮੱਠ ਨੇ, ਸਾਰੇ ਨੇ। ਫਰਕ ਕੀ ਹੈ? ਸਤੂਪ ਬੇਟਾ ਉਸ ਥਾਂ ਨੂੰ ਕਹਿੰਦੇ ਆ ਜਿੱਥੇ ਮਹਾਤਮਾ ਬੁੱਧ ਦੇ ਜੀਵਨ ਨਾਲ ਸੰਬੰਧਿਤ ਕੋਈ ਯਾਦਗਾਰ ਰੱਖੀ ਗਈ ਹੈ। ਵਿਹਾਰ ਕਿਤੇ ਵੀ ਹੋ ਸਕਦਾ ਹੈ, ਉੱਥੇ ਵੀ ਹੋ ਸਕਦਾ ਹੈ, ਕਿਤੇ ਹੋਰ ਵੀ ਹੋ ਸਕਦਾ ਹੈ। ਪਰ ਜਿੱਥੇ ਮਹਾਤਮਾ ਬੁੱਧ ਨਾਲ ਚੀਜ਼ ਸੰਬੰਧਿਤ ਪਈ ਹੈ, ਯਾਦਗਾਰ ਪਈ ਹੈ, ਉਹਨੂੰ ਕੀ ਕਵਾਂਗੇ? ਬੌਧਿਸਟ ਸਤੂਪਾ। ਜਿਵੇਂ ਸਾਰਨਾਥ ਵਿੱਚ ਜਿੱਥੇ ਉਹਨਾਂ ਦੀ ਜਿਹੜੀ ਹੈਗੀ ਹੈ ਡੈਥ ਹੋਈ, ਉੱਥੇ ਅਸੀਂ ਸਤੂਪਾ ਕਹਿੰਦੇ ਹਾਂ। ਗਿਆ ਦੇ ਵਿੱਚ ਜਿੱਥੇ ਗਿਆਨ ਦੀ ਪ੍ਰਾਪਤੀ ਅਸੀਂ ਕਹਿੰਦੇ ਸਤੂਪਾ ਹੈਗਾ। ਇੱਥੇ ਜਿੱਥੇ ਜਨਮ ਹੋਇਆ ਉੱਥੇ ਸਤੂਪਾ ਹੈਗਾ। ਜਿੱਥੇ ਉਹਨਾਂ ਨੇ ਯਾਤਰਾਵਾਂ ਕੀਤੀਆਂ ਜਾਂ ਜਿੱਥੇ ਉਹਨਾਂ ਦੇ ਕੋਈ ਵਸਤਰ ਪਏ ਨੇ, ਕਿਤੇ ਉਹਨਾਂ ਦਾ ਕੋਈ ਵਾਲ ਪਿਆ ਹੈਗਾ, ਜਿੱਥੇ ਜਾਂ ਕੋਈ ਹੋਰ ਚੀਜ਼ ਪਈ ਹੈਗੀ ਹੈ, ਉਹਨੂੰ ਅਸੀਂ ਕਹਿ ਦਿੰਦੇ ਹਾਂ ਸਤੂਪਾ। ਵਿਹਾਰ ਜਿੱਥੇ ਜਿੱਥੇ ਬੌਧ ਵਿਕਸ਼ੂ ਆਪਣਾ ਜਾਂਦੇ ਨੇ, ਠਹਿਰਦੇ ਨੇ, ਉਹ ਬੌਧ ਵਿਹਾਰ ਹੁੰਦਾ ਹੈ। ਉੱਥੇ ਰਹਿ ਕੇ ਉਹ ਆਪਣਾ ਪ੍ਰਚਾਰ ਕਰਦੇ ਨੇ। ਠੀਕ ਹੈ ਬੇਟਾ? ਤੋ ਇਸ ਤਰੀਕੇ ਦੇ ਨਾਲ ਬੇਟਾ ਬੁੱਧ ਧਰਮ ਜਿਹੜਾ ਹੈਗਾ ਉਹ ਬੜੀ ਤੇਜ਼ੀ ਦੇ ਨਾਲ ਹਿੰਦੁਸਤਾਨ ਦੇ ਵਿੱਚ ਫੈਲਿਆ। ਬਾਕੀ ਸਾਰੀਆਂ ਚੀਜ਼ਾਂ ਵੀ ਇਹਦੇ 'ਚ ਆ ਜਾਣਗੀਆਂ, ਚੰਗਾ ਆਚਰਣ ਜੇ ਉਹ ਸਾਰਾ। ਹੁਣ ਲੇਕਿਨ ਸਵਾਲ ਇਹ ਹੋ ਜਾਂਦਾ ਬੇਟਾ ਪੈਦਾ, ਤੁਸੀਂ ਧਿਆਨ ਦੇ ਨਾਲ ਆਪਣੇ ਇਰਦ ਗਿਰਦ ਦੇਖਦੇ ਹੋ, ਪੰਜਾਬ ਦੇ ਵਿੱਚ ਵੀ ਦੇਖਦੇ ਹੋ ਕਿ ਸਾਨੂੰ ਜੈਨੀ ਬੜੇ ਨਜ਼ਰ ਆਉਂਦੇ ਆ। ਕੋਈ ਨਾ ਕੋਈ ਵਕੀਲ ਦਾ ਨਾਮ ਵੀ ਸੁਣ ਲੈਂਦੇ ਹਾਂ, ਡਾਕਟਰ ਦਾ ਵੀ ਸੁਣ ਲੈਂਦੇ ਹਾਂ, ਵਪਾਰੀ ਦਾ ਤਾਂ ਆਮ ਹੀ ਸੁਣਦੇ ਹਾਂ। ਜਿਵੇਂ ਵਰਧਮਾਨ ਜਿਹੜਾ ਹੈਗੇ ਆ, ਓਸਵਾਲ ਨੇ, ਹੋਜਰੀ ਵਾਲੇ, ਇਹ ਸਾਰੇ ਜੈਨੀ ਨੇ। ਤੇ ਲੇਕਿਨ ਬੋਧੀ ਨਹੀਂ ਸੁਣਦੇ। ਕਦੇ ਦੇਖਿਆ ਬੋਧੀ? ਤੇ ਜਦ ਕਿ ਅਸੀਂ ਇਹ ਕਹਿੰਦੇ ਆ ਕਿ ਬੁੱਧ ਧਰਮ ਬੜੀ ਤੇਜ਼ੀ ਨਾਲ ਫੈਲਿਆ ਔਰ ਇੱਕ ਸਮਾਂ ਸੀ ਪੂਰੇ ਹਿੰਦੁਸਤਾਨ 'ਚ ਫੈਲ ਗਿਆ ਸੀ, ਕਿਉਂਕਿ ਜਦੋਂ ਅਸ਼ੋਕ ਨੇ ਅਪਣਾ ਲਿਆ ਤਾਂ ਅਸ਼ੋਕ ਦਾ ਸਾਰਾ ਏਰੀਆ ਸੀ ਤੇ ਪੂਰੇ ਹਿੰਦੁਸਤਾਨ 'ਚ ਫੈਲ ਗਿਆ। ਲੇਕਿਨ ਖਤਮ ਕਿਉਂ ਹੋ ਗਿਆ? ਉਹਦੇ ਲਈ ਤੁਹਾਨੂੰ ਬੇਟਾ ਲਿਖਣ ਦਾ ਇੱਕ ਆਸਾਨ ਤਰੀਕਾ ਦੱਸਦਾ। ਉਹ ਆਸਾਨ ਤਰੀਕਾ ਕੀ ਹੈ ਕਿ ਜਿੰਨੇ ਪੁਆਇੰਟ ਅਸੀਂ ਬਣਾਏ ਨੇ ਬੁੱਧ ਧਰਮ ਦੇ ਤੇਜ਼ੀ ਨਾਲ ਫੈਲਣ ਦੇ, ਉਹ ਸਾਰੇ ਉਲਟਾ ਕਰ ਦਿੰਦੇ। ਜਿਵੇਂ ਮਹਾਤਮਾ ਬੁੱਧ ਦਾ ਆਪਣਾ ਵਕਤਿਤਵ ਸੀ ਤੇ ਲੋਕੀ ਆਕਰਸ਼ਿਤ ਹੋਏ, ਲੇਕਿਨ ਇੱਕ ਸਮਾਂ ਬੀਤਣ ਤੋਂ ਬਾਅਦ ਜਿਹੜੇ ਬੌਧਿਸਟ ਆਏ, ਉਹ ਉਹਨਾਂ ਦਾ ਜੀਵਨ ਉਹਨਾਂ ਸਦਾਚਾਰ ਵਾਲਾ ਚੰਗਾ ਨਹੀਂ ਰਿਹਾ, ਉਹਨਾਂ ਪ੍ਰਤੀ ਲੋਕੀ ਆਕਰਸ਼ਿਤ ਨਹੀਂ ਹੋਏ, ਇਸ ਕਰਕੇ ਦੂਰ ਹੁੰਦੇ ਚਲੇ ਗਏ। ਬੁੱਧ ਧਰਮ ਦੀਆਂ ਸਿੱਖਿਆਵਾਂ ਪਾਲੀ ਭਾਸ਼ਾ 'ਚ ਸੀ, ਲੋਕਾਂ ਨੂੰ ਸਮਝ ਆਈਆਂ, ਪਰ ਜਿਉਂ-ਜਿਉਂ ਉਹ ਵੀ ਪਾਲੀ ਭਾਸ਼ਾ 'ਤੇ ਸਟਿਕ ਕਰ ਗਏ, ਆਮ ਬੋਲੀ ਬਦਲਦੀ ਚਲੀ ਗਈ, ਉਹ ਵੀ ਭਾਸ਼ਾਵਾਂ ਤੋਂ ਦੂਰ ਹੁੰਦੇ ਚਲੇ ਗਏ। ਰਾਜਿਆਂ ਨੇ ਸਪੋਰਟ ਕੀਤੀ, ਲੇਕਿਨ ਜਦੋਂ ਗੁਪਤ ਕਾਲ ਆਇਆ, ਉਹਨਾਂ ਨੇ ਹਿੰਦੂਇਜ਼ਮ ਨੂੰ ਸਪੋਰਟ ਕੀਤੀ ਤਾਂ ਬੁੱਧਿਜ਼ਮ ਡਿਕਲਾਈਨ 'ਤੇ ਚਲਾ ਗਿਆ। ਔਰ ਇਸਲਾਮਿਕ ਹਮਲਿਆਂ ਤੋਂ ਬਾਅਦ ਬੁੱਧ ਧਰਮ ਲਗਭਗ ਹਿੰਦੁਸਤਾਨ ਦੇ ਵਿੱਚੋਂ ਬਹੁਤ, ਮੈਂ ਕਹਿ ਰਿਹਾ, ਮਿਨੀਮਾਈਜ਼ ਹੋ ਕੇ ਰਹਿ ਗਿਆ। ਔਰ ਪਹਿਲਾਂ ਕਿਉਂਕਿ ਬੌਧ ਸੰਘ ਬੜਾ ਮਜ਼ਬੂਤ ਸੀ, ਸਾਰੇ ਇਕੱਠੇ ਸੀ, ਉਹਨੂੰ ਫੋਲੋ ਕਰਦੇ ਸੀ, ਲੇਕਿਨ ਬਾਅਦ 'ਚ ਬੌਧ ਸੰਘ 'ਚ ਫੁੱਟ ਪੈ ਗਈ, ਟੁਕੜੇ ਹੋ ਗਏ, ਵਿਚਾਰਧਾਰਾਵਾਂ ਬਦਲ ਗਈਆਂ, ਅਲੱਗ-ਅਲੱਗ ਹੋ ਗਏ ਤੇ ਲੋਕਾਂ ਦਾ ਵਿਸ਼ਵਾਸ ਖਤਮ ਹੋ ਗਿਆ। ਅਹਿੰਸਾ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ। ਔਰ ਉਧਰੋਂ ਦੀ ਹਿੰਦੂਇਜ਼ਮ ਦਾ ਰਿਵਾਈਵਲ ਵੀ ਸਟਾਰਟ ਹੋ ਗਿਆ। ਜਦੋਂ ਅਸੀਂ ਸ਼ੰਕਰਾਚਾਰਿਆ ਦੀ ਗੱਲ ਕਰਦੇ, ਉਹਨਾਂ ਨੇ ਹਿੰਦੂਇਜ਼ਮ 'ਚ ਆਈਆਂ ਕੁਰਤੀਆਂ ਨੂੰ ਦੂਰ ਕਰਕੇ ਲੌਜਿਕਸ ਦੇ ਉੱਤੇ ਦੁਬਾਰਾ ਤੋਂ ਖੜਾ ਕਰਨ ਦੀ ਕੋਸ਼ਿਸ਼ ਕੀਤੀ। ਜਿੱਦਾਂ ਅਸੀਂ ਬੇਟਾ ਰੈਫਰਮੇਸ਼ਨ ਔਰ ਕਾਊਂਟਰ ਰੈਫਰਮੇਸ਼ਨ ਪੜ੍ਹੀ ਸੀ ਰੈਨੇਸਾਂ ਦੇ ਵੇਲੇ, ਪੜ੍ਹਦੇ ਆ ਨਾ। ਪੁਨਰ ਜਾਗਰਣ ਤੋਂ ਬਾਅਦ ਕੀ ਪੜ੍ਹਦੇ ਆ? ਧਰਮ ਸੁਧਾਰ ਅੰਦੋਲਨ ਦੇ ਨਾਲ ਕੀ ਪੜ੍ਹਦੇ ਆ? ਵਿਰੋਧੀ ਧਰਮ ਸੁਧਾਰ ਅੰਦੋਲਨ, ਕਿ ਕੈਥੋਲਿਕਿਜ਼ਮ ਨੇ ਆਪਣੇ ਆਪ ਨੂੰ ਰਿਵਾਈਵ ਕਰਨਾ ਸ਼ੁਰੂ ਕੀਤਾ, ਠੀਕ ਕਰਨਾ ਸ਼ੁਰੂ ਕਰ ਲਿਆ। ਉਹ ਹਿੰਦੂਇਜ਼ਮ ਦੇ ਵਿੱਚ ਵੀ ਡਿਵੈਲਪ ਹੋਇਆ। ਯਾਨੀ ਜੋ ਪੁਆਇੰਟਸ ਅਸੀਂ ਬੁੱਧ ਧਰਮ ਦੇ ਤੇਜ਼ੀ ਨਾਲ ਫੈਲਾਵ ਦੇ ਪੜ੍ਹਦੇ ਹਾਂ, ਉਹਨਾਂ ਸਾਰੇ ਪੁਆਇੰਟਸ ਨੂੰ ਅਸੀਂ ਅਗਰ ਰਿਵਰਸ ਕਰਕੇ ਸਟੱਡੀ ਕਰਾਂਗੇ ਤਾਂ ਇਹ ਸਾਰੇ ਪੁਆਇੰਟ ਸਾਡੇ ਕੋਲੇ ਸਾਹਮਣੇ।
ठीक है। मैं इस करके ज़्यादा इनू डिटेल च नहीं जा रहा, तुसीं इसनूं एक बारी पढ़ के देख सकते हो। इस विदेशी हमले भी आउणगे, होर कृतियां भी शामिल हो जाणगियां। ईवन बौद्ध संघ दे विच लेटर स्टेज 'च जाके औरतां नूं भी शामिल किया गया, जिहदे नाल उन्हां दे अपने चरित्र दे विच भी गिरावट लेटर स्टेजिस ते बहुत बाद च कई सौ सालां बाद वो भी आनी स्टार्ट हुई। तो वो सारियां चीज़ां नूं असीं इहदे विच देखण दी कोशिश बेटा करांगे। ठीक है। तो इहदे नाल जिहड़ा साडा बुद्धिज़म दा टॉपिक हैगा बेटा वो असीं कंप्लीट हो जाएगा। हुण कई वारी तुहानूं क्वेश्चन ये आ सकदा है कि बुद्धिज़म ते जैनिज़म दे विच की फर्क सी। तो बेटा असीं वो पॉइंट वाइज लिख देंगे, ठीक है ना। अहिंसा कठोर हिंसा, तपस्या कठोर तपस्या, चार महान सत्य है, त्रिरतन, इहदे जो जो फिलोसफीज असीं पढ़ियां, कच्च घबराउण दी लोड़ नहीं भी मैं डिफरेंस किद्दां कड्डां। जो असीं बुद्धिज़म च पढ़िया बुद्धिज़म च लिखना, जो जैनिज़म च लिखिया जैनिज़म च लिखना है। उन्हां दोनों दे लेकिन जिहड़ी सिमिलैरिटी रखनी है जां असमानता रखनी है वो पॉइंट वाइज रखनी है भी इस पॉइंट ते आ वा, इस पॉइंट ते आ है। ठीक है। वो मतलब कि बिल्कुल नहीं घबराना, क्योंकि मोस्ट ईजी जिहड़ा क्वेश्चन होएगा, ईजीएस्ट क्वेश्चन है, पर कई बार आ सकता है। तो इस करके उन्होंने असीं इस ढंग दे नाल उहदी तुलना करांगे। तो तुहाडीआं किताबां 'च एक होर टॉपिक दिता होया है, हालांकि वो आदि आउण दी संभावना घੱਟ हुंदी है, लेकिन ये हैगा कि इहदा बुद्ध धर्म का प्रभाव की पिया, राजनीतिक प्रभाव की पिया। ਉਹਦੇ 'ਚ ਅਸੀਂ ਦੇਖਦੇ ਹਾਂ कि बेटा ਇਹਦੇ ਜਿਹੜੇ ਚੰਗੇ ਪ੍ਰਭਾਵ ਇਹ ਪਏ ਵੀ ਸ਼ਾਂਤੀ ਦਾ ਸੰਦੇਸ਼ ਸੀ। ਈਵਨ ਕਨਿਸ਼ਕ ਨੇ ਜਿਹੜਾ ਹੈਗਾ ਯੁੱਧ ਨਾਲ ਲੜਨ ਦਾ ਪ੍ਰਣ ਲੈ ਲਿਆ, ਅਸ਼ੋਕ ਨੇ ਕਨਿਸ਼ਕ ਨੇ ਵੀ ਬਾਅਦ ਦੇ ਵਿੱਚ ਬੰਦ ਲੈ ਲਿਆ। ਇਤਿਹਾਸਿਕ ਮਹੱਤਤਾ ਵਾਲੇ ਗ੍ਰੰਥਾਂ ਦੀ ਰਚਨਾ ਬੁੱਧਿਸਟ ਦ੍ਰਿਸ਼ਟੀਕੋਣ ਤੋਂ ਕੀਤੀ ਗਈ। ਰਾਸ਼ਟਰੀ ਏਕਤਾ ਸਥਾਪਿਤ ਹੋਈ ਜਦੋਂ ਸਾਰੇ ਜਾਂ ਪਾਸੇ ਬੁੱਧਿਜ਼ਮ ਫੈਲ ਗਿਆ। ਲੋਕ ਕਲਿਆਣ ਦੇ ਕੰਮ ਜਿਹੜੇ ਸੀਗੇ, ਪਸ਼ੂਆਂ ਨੂੰ ਨਹੀਂ ਮਾਰਨਾ, ਪਸ਼ੂਆਂ ਲਈ ਜਿਹੜੇ ਹੈਗੇ ਆ ਹਸਪਤਾਲਾਂ ਨੂੰ ਖੋਲ੍ਹਣਾ, ਤੇ ਜਦੋਂ ਅਸੀਂ ਪਸ਼ੂਆਂ ਤੱਕ ਦੇ ਹਸਪਤਾਲ ਖੋਲ੍ਹਣ ਦੀ ਗੱਲ ਕਰਦੇ ਹਾਂ ਤਾਂ ਨੈਚੁਰਲ ਹੈ ਕਿ ਬੰਦਿਆਂ ਦੀ ਇੰਪੋਰਟੈਂਸ ਸਾਡੀ ਨਜ਼ਰ ਦੇ ਵਿੱਚ ਬੜੀ ਵੱਧ ਜਾਂਦੀ ਹੈ। ਮਾੜਾ ਪ੍ਰਭਾਵ ਕੀ ਕਵਾਂਗੇ, ਕਮਜ਼ੋਰੀ ਆ ਗਈ। ਜਦੋਂ ਬੇਟਾ ਤੁਸੀਂ ਲੜਨਾ ਹੀ ਨਹੀਂ ਤੇ ਬਾਹਰੋਂ ਹਮਲਾ ਹੋ ਗਿਆ ਤੇ ਮੁਕਾਬਲਾ ਕਿਹਨੇ ਕਰਨਾ। ਇਹਦਾ ਮਤਲਬ ਉਸ ਕੰਮ ਦੇ ਲਈ, ਸੁਰੱਖਿਆ ਦੇ ਲਈ ਕੁਝ ਲੋਕ ਸਾਨੂੰ ਹਥਿਆਰਬੰਦ ਵੀ ਚਾਹੀਦੇ ਨੇ, ਪਰ ਜਨਰਲੀ ਆਪਣੇ ਜੀਵਨ ਦੇ ਵਿੱਚ ਸਾਡੇ ਹਿੰਸਾ ਨਾ ਹੋਵੇ, ਜੀਵਨ 'ਚ ਅਸੀਂ ਕਿਸੇ ਨੂੰ ਕਸ਼ਟ ਨਾ ਪਹੁੰਚਾਈਏ। ਇਹਦੇ ਧਾਰਮਿਕ ਪ੍ਰਭਾਵ ਦੱਸੀ ਬੇਟਾ ਜਿਹੜੇ ਪੜ੍ਹੇ ਨੇ ਉਹਨਾਂ ਵਿੱਚ ਹੀ ਆਏਗਾ। ਹਿੰਦੂ ਧਰਮ ਦਾ ਰਿਵਾਈਵਲ ਸ਼ੁਰੂ ਹੋਇਆ, ਧਾਰਮਿਕ ਸਹਿਣਸ਼ੀਲਤਾ ਦੀ ਨੀਤੀ ਹੋਈ, ਇੱਕ ਦੂਜੇ ਨਾਲ ਮਿਲ ਕੇ ਰਹਿਣ ਦੀ ਆਦਤ ਪੈ ਗਈ ਵੀ ਠੀਕ ਹੈ ਤੁਸੀਂ ਬੁੱਧਿਜ਼ਮ ਨੂੰ ਅਪਣਾਓ, ਤੁਸੀਂ ਜੈਨਿਜ਼ਮ ਅਪਣਾਓ, ਮੈਂ ਹਿੰਦੂਜ਼ਮ ਅਪਣਾਉਣਾ, ਇਕੱਠੇ ਰਹਿ ਸਕਦੇ ਹਾਂ। ਸੰਨਿਆਸੀਆਂ ਦੀ ਗਿਣਤੀ ਬੜੀ ਵੱਧ ਗਈ ਜਿਨ੍ਹਾਂ ਦਾ ਪ੍ਰਭਾਵ ਪਿਆ ਦੂਜੇ ਧਰਮਾਂ ਦੇ ਉੱਤੇ, ਉਹਨਾਂ ਦੇ ਵਿੱਚ ਵੀ ਮੌਂਕਸ ਦੀ ਕਲਚਰ ਜ਼ਿਆਦਾ ਡਿਵੈਲਪ ਹੋਣੀ ਸ਼ੁਰੂ ਹੋਈ। ਮੰਦਰਾਂ ਤੇ ਮੂਰਤੀਆਂ ਦਾ ਨਿਰਮਾਣ ਬੁੱਧਿਜ਼ਮ ਤੋਂ ਹੋਇਆ। ਈਵਨ ਹਿੰਦੂਜ਼ਮ ਦੇ ਵਿੱਚ ਵੀ ਮੂਰਤੀਆਂ ਦੀ ਗੱਲ ਨਹੀਂ ਸੀ। ਜਦੋਂ ਬੁੱਧਿਜ਼ਮ ਆਉਂਦਾ ਹੈ ਤਾਂ ਮਹਾਤਮਾ ਬੁੱਧ ਦੀਆਂ ਮੂਰਤੀਆਂ ਬਣਦੀਆਂ। ਔਰ ਬੇਟਾ ਤੁਹਾਨੂੰ ਹੈਰਾਨੀ ਹੋਗੀ ਸੁਣ ਕੇ ਕਿ ਮਹਾਤਮਾ ਬੁੱਧ ਦੀਆਂ ਮੂਰਤੀਆਂ ਦੁਨੀਆ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਬਣਾਈਆਂ ਗਈਆਂ, ਆਤਮਕਾਦ ਉਸ ਤੋਂ ਵੀ ਵੱਡੀਆਂ, ਜਿਹੜੀਆਂ ਅਫਗਾਨਿਸਤਾਨ ਦੇ ਵਿੱਚ ਵੀ ਸੀਗੀਆਂ ਕਨਿਸ਼ਕ ਦੇ ਵੇਲੇ ਬਣੀਆਂ। ਉਸ ਤੋਂ ਬਾਅਦ ਗੰਦਾਰ ਆਰਟ ਉਸ ਨੂੰ ਕਹਿੰਦੇ ਆ, ਕਿਉਂਕਿ ਗੰਦਾਰ ਅਫਗਾਨਿਸਤਾਨ ਦੇ ਵਿੱਚ ਸੀ, ਜਿਹਨੂੰ ਤੁਸੀਂ ਕੰਦਾਰ ਕਹਿ ਦਿੰਦੇ ਹੋ ਪੁਰਾਣੇ ਸਮੇਂ 'ਚ, ਅੱਜ ਕੱਲ੍ਹ ਗੰਦਾਰ ਕਹਿੰਦੇ। ਉੱਥੋਂ ਜਿਹੜੀ ਕਲਾ ਨਿਕਲੀ ਉਹਨੂੰ ਕਹਿੰਦੇ ਗੰਦਾਰ ਆਰਟ, ਔਰ ਬੁੱਧਿਜ਼ਮ ਤੋਂ ਪ੍ਰਭਾਵਿਤ ਸੀਗੀ। ਔਰ ਉੱਥੋਂ ਦੀ ਫਿਰ ਦੂਜੇ ਧਰਮਾਂ 'ਚ ਵੀ ਨਿਕਲੀ, ਜਿਵੇਂ ਹਿੰਦੂਜ਼ਮ 'ਚ ਆਈ, ਉਹਦੇ 'ਚ ਕ੍ਰਿਸ਼ਨ ਦੀਆਂ ਬਣਨ ਲੱਗ ਗਈਆਂ। ਮਥੁਰਾ ਦੇ ਅੰਦਰ ਉਹਨੂੰ ਮਥੁਰਾ ਆਰਟ ਕਹਿੰਦੇ ਆ। ਇੱਦਾਂ ਉੜੀਸਾ ਦੇ ਵਿੱਚ ਅਮਰਾਵਤੀ 'ਚ ਬਣੀਆਂ, ਉਸ ਨੂੰ ਅਮਰਾਵਤੀ ਆਰਟ ਕਹਿੰਦੇ ਆ, ਯਾਨੀ ਜਿਸ ਥਾਂ ਤੋਂ ਉਹ ਡਿਵੈਲਪ ਹੋਣੀ ਸਟਾਰਟ ਹੋਈ। ਜਾਤ ਪਾਤ ਕਮਜ਼ੋਰ ਹੋਈ, ਮਾंस ਖਾਣ ਦੇ ਉੱਤੇ ਜੋ ਕਿ ਪਰਹੇਜ਼ ਕਰਨ ਲੱਗ ਗਏ, ਚੰਗੇ ਆਚਰਨ ਦੇ ਉੱਤੇ ਜ਼ੋਰ ਦੇਣ ਲੱਗ ਗਏ। ਇਹ ਕੁਝ ਚੀਜ਼ਾਂ ਸਾਨੂੰ ਅਸੀਂ ਕਹਿ ਸਕਦੇ ਹਾਂ ਕਿ ਜਿਹੜੀਆਂ ਬੁੱਧਿਜ਼ਮ ਦੇ ਪ੍ਰਭਾਵ ਹੇਠ ਹਿੰਦੁਸਤਾਨ ਦੇ ਵਿੱਚ ਬੇਟਾ ਡਿਵੈਲਪ ਹੋਈਆਂ। ਠੀਕ ਹੈ। तो ਇਹਦੇ ਨਾਲ ਸਾਡਾ ਜਿਹੜਾ ਬੁੱਧਿਜ਼ਮ ਦਾ ਟੌਪਿਕ ਹੈ ਮੇਨ ਤੌਰ ਦੇ ਉੱਤੇ ਕੰਪਲੀਟ ਹੋ ਜਾਂਦਾ। ਹਾਂ, ਕਿਉਂਕਿ ਇਸ ਵਾਰੀ ਤੁਹਾਨੂੰ ਵੱਡੇ ਕੁਐਸਚਨਸ ਆਣੇ ਆ ਤੇ ਉਹਦੇ ਵਿੱਚ ਇਹਦੀ ਸੰਭਾਵਨਾ ਘੱਟ ਹੈ, ਲੇਕਿਨ ਅਸੀਂ ਇਸ ਨੂੰ ਵੀ ਪੜ੍ਹਾਂਗੇ। ਉਹ ਇਹ ਹੈਗਾ ਕਿ ਬੌਧ ਸੰਘ ਦੇ ਬਾਰੇ ਤੁਸੀਂ ਕੀ ਜਾਣਦੇ। तो ਇਹਨੂੰ ਅਸੀਂ ਕਿਸੇ ਵੇਲੇ ਬਰੀਫਲੀ ਡਿਸਕਸ ਕਰ ਲਾਂਗੇ। ਆਮ ਤੌਰ ਦੇ ਉੱਤੇ ਜੇ ਤੁਹਾਨੂੰ ਛੋਟੇ ਕੁਐਸਚਨਸ ਆਉਂਦੇ ਜਾਂ 4 ਜਾਂ 5 ਨੰਬਰ ਵਾਲੇ, ਫਿਰ ਇਹਦੀ ਸੰਭਾਵਨਾ ਬਹੁਤ ਜ਼ਿਆਦਾ ਸੀ ਕਿ ਉਸ ਪੁਆਇੰਟ ਆਫ ਵਿਊ ਨਾਲ ਬੜਾ ਇੰਪੋਰਟੈਂਟ ਕੁਐਸਚਨ ਹੈਗਾ ਹੈ, ਬਟ ਇਹਨੂੰ ਅਸੀਂ ਅਲੱਗ ਤੌਰ ਦੇ ਉੱਤੇ ਦੇਖਾਂਗੇ।